ਤੁਹਾਡਾ ਕੋਈ ਪ੍ਰੂਫ ਨਹੀਂ। 3 ਥਾਵਾਂ ਤੇ ਸਾਈਨ ਕੀਤੇ ਹਰਸਿਮਰਤ ਨੇ, 3 ਥਾਵਾਂ ਤੇ ਐਜ਼ ਮਿਨਿਸਟਰ ਆਰਡੀਨੈਂਸਾਂ ਤੇ ਸਾਈਨ ਕੀਤੇ, ਫਿਰ ਕੈਬਨਿਟ 'ਚ ਸਾਈਨ ਕੀਤੇ, 3 ਥਾਵਾਂ ਤੇ ਮੁੱਕਰਦੇ ਦਿਖਾਓ। 13 ਦਾ ਕੰਟਰੈਕਟ ਫਾਰਮਿੰਗ ਐਕਟ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਇਆ ਸੀ, ਹੂ ਬਹੂ ਕਾਪੀ, ਇਹਨੂੰ ਦੁਬਾਰਾ ਰਿਪੀਟ ਕਰਨ ਦੀ ਲੋੜ ਤਾਂ ਨਹੀਂ। ਸਾਰਾ ਤੁਸੀਂ ਸੁਣ ਲਿਆ, ਤੁਹਾਨੂੰ ਪਤਾ ਹੀ। ਹੁਣ ਇਹਦੇ 'ਚ ਇਹ ਫਲਾਣੇ ਨੇ ਪ੍ਰੋਟੈਸਟ ਕੀਤਾ ਜਾਂ ਨਹੀਂ ਕੀਤਾ, ਇਹ ਤਾਂ ਕੋਈ ਇਸ਼ੂ ਨਹੀਂ ਹੈ। ਦੀ ਇਸ਼ੂ ਇਜ਼ ਵੈਦਰ ਯੂ ਬੌਟ ਇਟ। ਅਸੀਂ ਉਹਨੂੰ ਡੀਨੋਟੀਫਾਈ ਕਰ ਰਹੇ ਹਾਂ, ਅਸੀਂ ਉਹਨੂੰ ਰੱਦ ਕਰ ਰਹੇ ਹਾਂ। ਤੁਹਾਡੀ ਨੀਅਤ ਤੋਂ ਸਾਫ਼-ਸਾਫ਼ ਪਤਾ ਲੱਗਦਾ। ਔਰ ਇਹ ਡਿੱਟੋ ਨਾ ਡਿੱਟੋ, ਬਸ ਇੰਨਾ ਹੀ ਹੈ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਕੈਦ ਨਹੀਂ ਰੱਖੀ, ਇਹਨਾਂ ਨੇ ਕੈਦ ਰੱਖੀ। 108 ਫਸਲਾਂ ਨੋਟੀਫਾਈ ਕੀਤੀਆਂ ਅਲਾਉਡ ਫॉर ਸੇਲ। ਉਹਦੇ ਇੱਕ ਤੇ ਐਮਐਸਪੀ ਨਹੀਂ, ਜਿਹੜਾ ਬੰਦਾ ਅੱਜ ਕਹਿ ਰਿਹਾ ਵੀ ਮੈਂ ਸਾਰੀਆਂ ਤੇ ਐਮਐਸਪੀ ਦੇ, ਜਿਨ੍ਹਾਂ ਤੇ ਦੋਹਾਂ ਤੇ ਐਮਐਸਪੀ ਸੀ ਵੀ, ਜਿਹੜੀਆਂ ਸਰਕਾਰੀ ਖਰੀਦ ਚ ਚੱਕਣ ਵਾਲੀਆਂ ਨੇ, ਕਣਕ ਤੇ ਝੋਨਾ, ਉਹਦੇ ਚ ਵੀ ਪ੍ਰੋਵੀਜ਼ਨ ਹੈ ਵੀ ਜਿਹੜਾ ਪ੍ਰਾਈਵੇਟ ਟ੍ਰੇਡਰ ਹੈ ਇਹ ਤੋਂ ਘੱਟ ਲਊਗਾ। ਦੱਸੋ ਕਿ ਪੰਜਾਬ ਨੇ ਖੇਤੀ ਨੂੰ ਚੁੱਕਣ ਵਾਸਤੇ ਪਿਛਲੇ 25 ਸਾਲਾਂ 'ਚ ਕਿਹੜਾ ਕਾਨੂੰਨ ਬਣਾਇਆ? ਜੇ ਕਿਸਾਨੀ ਕਾਨੂੰਨ ਅਸੀਂ ਰੱਦ ਕਰਾ ਵੀ ਲਏ, ਕਰਾਂਗੇ, ਰੱਦ ਹੋ ਜਾਣਗੇ। ਅੱਜ ਵੀ ਸੁਸਾਈਡ ਚੱਲ ਰਹੀ ਹੈ, ਤਾਂ ਵੀ ਇਹ ਗਾਰੰਟੀ ਨਹੀਂ ਕਰਦਾ ਕਿ ਕਿਸਾਨੀ ਉੱਠ ਖੜੂ। ਲਾਸਟ 20 ਸਾਲਾਂ ਤੋਂ ਇਹ ਜੀ ਕਿਹੜੀ ਪਾਲਿਸੀ ਆਈ ਹੈ ਜਿਹਨੇ ਕਿਸਾਨੀ ਦੀ ਪ੍ਰੋਡਕਟਿਵਿਟੀ ਨੂੰ ਵਧਾਉਣ ਦੀ ਗੱਲ? ਇੱਕ ਦਾ ਪਿਛਲੇ 20 ਸਾਲਾਂ ਕੋਈ ਗੱਲ ਨਹੀਂ, ਕੋਈ ਨਹੀਂ, ਬੜੇ ਚੰਗੇ ਚੰਗੇ ਟਾਈਮ ਦੇ ਉੱਤੇ ਤੁਸੀਂ ਮੈਨੂੰ ਵਾਰਨ ਕਰਤਾ। ਦੇਖੋ ਆਪਾਂ ਕਿਸਾਨੀ ਦੀ ਗੱਲ, ਕਿਉਂਕਿ ਅੱਜ ਮੁੱਦਾ ਕਿਸਾਨੀ ਦਾ ਚੱਲਦਾ, ਫਿਰ ਮੈਂ ਅੰਦਰ ਬੋਲ ਕੇ ਤੁਹਾਡੇ ਨਾਲ ਪੀਪੀਐਸ ਦੀ ਵੀ ਗੱਲ, ਔਰ ਅੰਦਰ ਹੀ ਖੋਲੂ ਇਹਨਾਂ ਦੇ ਪੋਤੇ। ਲਾਸਟ 5 ਸਾਲ ਤੋਂ ਮੈਂ ਕਹਿ ਰਿਹਾ ਕਿ ਜੋ ਧਰਨੇ ਲੱਗ ਰਹੇ ਨੇ, ਜੋ ਇਹ ਕਿਸਾਨੀ ਮੂਵਮੈਂਟ ਹੈ, ਇਹ ਸਿੰਪਟਮ ਨੇ, ਇਲਾਜ ਨਹੀਂ ਹੈ। ਜੇ ਕਿਸਾਨੀ ਕਾਨੂੰਨ ਅਸੀਂ ਰੱਦ ਕਰਾ ਵੀ ਲਏ, ਕਰਾਂਗੇ, ਰੱਦ ਹੋ ਜਾਣਗੇ। ਅੱਜ ਵੀ ਸੁਸਾਈਡ ਚੱਲ ਰਹੇ, ਤਾਂ ਵੀ ਇਹ ਗਾਰੰਟੀ ਨਹੀਂ ਕਰਦਾ ਕਿ ਕਿਸਾਨੀ ਉੱਠ ਖੜੂਗੀ। ਤੁਸੀਂ ਦੱਸ ਦਿਓ ਜੋ ਮੈਂ ਕਹਿ ਰਿਹਾ ਉਹ ਸਹੀ ਹੈ ਕਿ ਨਹੀਂ? ਆਮਦਨ ਘਟ ਰਹੀ ਹੈ ਸਾਹਿਬ, ਆਮਦਨ ਘਟ ਰਹੀ ਹੈ, ਕਰਜ਼ਾ ਵੱਧ ਰਿਹਾ, ਪਾਣੀ ਡਾਊਨ ਹੋ ਰਿਹਾ, ਤੇ 20 ਸਾਲ ਤੋਂ ਚੱਲ ਰਿਹਾ। Therefore I am saying ਕਿ protests and farm suicides are symptoms of the ongoing agriculture crisis। ਇਹ ਖਤਰੇ ਦੀਆਂ ਘੰਟੀਆਂ ਨੇ ਕਿ ਲੋਕ ਵਿਸ਼ਵਾਸ ਖੋ ਚੁੱਕੇ ਆ। ਮੈਂ ਪੁੱਛਣਾ ਚਾਹੁੰਦਾ, ਔਰ ਮੈਂ ਗੱਲ ਪਾਰਟੀਆਂ ਤੋਂ ਉੱਤੇ ਉੱਠ ਕੇ ਕਰ ਰਿਹਾ, ਪੰਜਾਬ ਦੀ ਕਰ ਰਿਹਾ, ਮੈਂ ਪੁੱਛਣਾ ਚਾਹੁੰਦਾ ਐਗਰੀਕਲਚਰ ਪਾਲਿਸੀ ਸਟੇਟ ਦੀ ਲਾਸਟ 20 ਸਾਲਾਂ ਤੋਂ ਇਹ ਜੀ ਕਿਹੜੀ ਪਾਲਿਸੀ ਆਈ ਹੈ ਜਿਹਨੇ ਕਿਸਾਨੀ ਦੀ ਪ੍ਰੋਡਕਟਿਵਿਟੀ ਨੂੰ ਵਧਾਉਣ ਦੀ ਗੱਲ ਕੀਤੀ ਹੋਵੇ? ਇੱਕ ਦੱਸ ਦਿਓ, ਪਿਛਲੇ 20 ਸਾਲਾਂ 'ਚ ਇੱਕ ਦੱਸ ਦਿਓ ਜਿਹੜੀ ਕਿਸਾਨੀ ਦੀ ਪ੍ਰੋਡਕਟਿਵਿਟੀ ਨੂੰ ਵਧਾਉਂਦੀ ਹੋਵੇ, ਇੱਕ ਦੱਸ ਦਿਓ। ਕੋਈ ਮਾਰਕੀਟਿੰਗ ਟ੍ਰੇਡਿੰਗ ਫੈਸਿਲਿਟੀ ਵਧਾਉਣ ਦੀ ਗੱਲ ਕੀਤੀ ਹੋਵੇ ਕਿਸੇ ਨੇ? ਕਿਸੇ ਨੇ ਕੋਈ ਨੀਤੀ ਦੀ ਗੱਲ ਕੀਤੀ ਹੋ ਟੂ ਇਨਕਰੀਜ਼ ਇਨਕਮ, ਟੂ ਇਨਕਰੀਜ਼ ਪ੍ਰੋਡਕਟਿਵਿਟੀ, ਟੂ ਇਨਕਰੀਜ਼ ਮਾਰਕੀਟਿੰਗ ਟ੍ਰੇਡਿੰਗ? ਕੋਈ ਮੈਨੂੰ ਕੋਈ ਦੱਸ ਦਿਓ। ਹਾਂ, ਕਾਰਪੋਰੇਟਾਂ ਦੇ ਅੱਗੇ ਗੁਲਾਮ ਬਣਾਉਣ ਦੀਆਂ 100 ਸਕੀਮਾਂ ਆ ਗਈ, ਔਰ ਮੈਂ ਫੇਰ ਠੋਕ ਕੇ ਕਹਿ ਰਿਹਾ ਕਿ ਇਹ 2013 ਦਾ ਕੰਟਰੈਕਟ ਫਾਰਮਿੰਗ ਐਕਟ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਇਆ ਸੀ, ਹੂ ਬਹੂ ਕਾਪੀ, ਇਹਨੂੰ ਦੁਬਾਰਾ ਰਿਪੀਟ ਕਰਨ ਦੀ ਲੋੜ ਤਾਂ ਨਹੀਂ। ਸਾਰਾ ਤੁਸੀਂ ਸੁਣ ਲਿਆ, ਤੁਹਾਨੂੰ ਪਤਾ ਹੀ ਹੈ।
ਹੁਣ ਇਹਦੇ 'ਚ ਇਹ ਫਲਾਣੇ ਨੇ ਪ੍ਰੋਟੈਸਟ ਕੀਤਾ ਜਾਂ ਨਹੀਂ ਕੀਤਾ, ਇਹ ਤਾਂ ਕੋਈ ਇਸ਼ੂ ਨਹੀਂ ਹੈ। ਦੀ ਇਸ਼ੂ ਇਜ਼ ਵੈਦਰ ਯੂ ਬੌਟ ਇਟ। ਅਸੀਂ ਉਹਨੂੰ ਡੀਨੋਟੀਫਾਈ ਕਰ ਰਹੇ ਹਾਂ, ਅਸੀਂ ਉਹਨੂੰ ਰੱਦ ਕਰ ਰਹੇ ਹਾਂ। ਤੁਹਾਡੀ ਨੀਅਤ ਇੱਥੋਂ ਸਾਫ਼-ਸਾਫ਼ ਪਤਾ ਲੱਗਦੀ ਹੈ। ਔਰ ਇਹ ਡਿੱਟੋ ਦਾ ਡਿੱਟੋ, ਬਸ ਇੰਨਾ ਹੀ ਹੈ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਕੈਦ ਨਹੀਂ ਰੱਖੀ, ਇਹਨਾਂ ਨੇ ਕੈਦ ਰੱਖੀ। ਇਹਨਾਂ ਨੇ ਉਹਦੇ 'ਚ ਕੈਦ ਰੱਖੀ ਹੈ ਕਿਸਾਨ ਦੇ ਲਈ, ਸਮਝੋ। ਬਾਕੀ ਸਾਰਾ ਕੁਝ ਡਿੱਟੋ ਹੈ। ਇਹਦੇ 'ਚ ਮੈਂ ਸਭ ਤੋਂ ਇੰਪੋਰਟੈਂਟ ਚੀਜ਼ ਹਾਈਲਾਈਟ ਕਰਨਾ ਚਾਹੁੰਦਾ, 108 ਫਸਲਾਂ 108 ਫਸਲਾਂ ਨੋਟੀਫਾਈ ਕੀਤੀਆਂ ਅਲਾਉਡ ਫॉर ਸੇਲ। ਉਹਦੇ 'ਚ ਇੱਕ ਤੇ ਐਮਐਸਪੀ ਨਹੀਂ। ਜਿਹੜਾ ਬੰਦਾ ਅੱਜ ਕਹਿ ਰਿਹਾ ਵੀ ਮੈਂ ਸਾਰੀਆਂ ਤੇ ਐਮਐਸਪੀ ਦਊਂ, ਇੱਕ ਤੇ ਐਮਐਸਪੀ ਨਹੀਂ। ਜਿਨ੍ਹਾਂ ਤੇ ਦੋਹਾਂ ਤੇ ਐਮਐਸਪੀ ਸੀ ਵੀ, ਜਿਹੜੀਆਂ ਸਰਕਾਰੀ ਖਰੀਦ 'ਚ ਚੱਕਣ ਵਾਲੀਆਂ ਨੇ, ਕਣਕ ਤੇ ਝੋਨਾ, ਉਹਦੇ 'ਚ ਵੀ ਪ੍ਰੋਵੀਜ਼ਨ ਹੈ ਵੀ ਜਿਹੜਾ ਪ੍ਰਾਈਵੇਟ ਟ੍ਰੇਡਰ ਹੈ ਇਹ ਤੋਂ ਘੱਟ ਲਊਗਾ। ਇਹ ਗੱਲ ਕਰਦੇ ਆ ਕਿਸਾਨੀ ਦੀ, ਹਾਂਜੀ। ਮਤਲਬ ਇਟ ਇਜ਼, ਇਸ ਤੋਂ ਵੱਡਾ ਕੋਈ ਪ੍ਰੂਫ ਨਹੀਂ। 3 ਥਾਵਾਂ ਤੇ ਸਾਈਨ ਕੀਤੇ ਹਰਸਿਮਰਤ ਨੇ, 3 ਥਾਵਾਂ ਤੇ ਐਜ਼ ਮਿਨਿਸਟਰ ਆਰਡੀਨੈਂਸਾਂ ਤੇ ਸਾਈਨ ਕੀਤੇ, ਫਿਰ ਕੈਬਨਿਟ 'ਚ ਸਾਈਨ ਕੀਤੇ, 3 ਥਾਵਾਂ ਤੇ ਮੁੱਕਰਦੇ ਦਿਖਾਓ। ਸੁਖਬੀਰ ਪ੍ਰੈਸ ਕਾਨਫਰੰਸਾਂ ਕਰਦਾ, ਵੱਡਾ ਬਾਦਲ ਪ੍ਰੈਸ ਕਾਨਫਰੰਸਾਂ ਕਰਦਾ। ਅੱਜ ਕਹਿੰਦੇ ਕਿਸਾਨੀ ਕਾਨੂੰਨ ਦੇ ਅਸੀਂ ਉਹ ਕਰਾਂਗੇ, ਤਾਂ ਹੀ ਇਹਨਾਂ ਨੇ ਦਿੱਤਾ ਪੈਂਦੀ। ਮਨਸ਼ਾ ਦੀ ਗੱਲ ਕਰਨਾ, ਅੱਜ ਅਸੀਂ ਕਹਿੰਦੇ ਆ ਕਿ 3 ਬਲੈਕ ਲਾਅ ਕਦੇ ਇੰਪਲੀਮੈਂਟ ਨਹੀਂ ਹੋਣਗੇ। ਮੈਂ ਅੰਦਰ ਵੀ ਕਿਹਾ, ਲੇਕਿਨ ਕੀ ਪੰਜਾਬ ਨੇ ਕਦੇ ਸੋਚਿਆ ਕਿ ਜੋ ਅਸੀਂ ਖਾਂਦੇ ਹਾਂ ਉਹ ਅਸੀਂ ਉਗਾਉਂਦੇ ਹਾਂ ਕਿਤੇ? ਮੈਨੂੰ ਦੱਸ ਦਿਓ, ਕਿਸੇ ਨੇ ਪੰਜਾਬ ਦੇ ਵਿੱਚ ਰਾਈਸ ਤੇ ਜਿਹੜੀ ਡਿਪੈਂਡੈਂਸ ਹੈ ਉਹ ਤੋਂ ਪਾਸੇ ਹੋਣ ਦੀ ਗੱਲ ਕੀਤੀ ਹੈ? ਕੋਈ ਪਾਲਿਸੀ ਲਿਆਂਦੀ ਹੈ? ਕੋਈ ਐਸੀ ਫਸਲ ਦੀ ਇਨਸੈਂਟਿਵ ਦਿੱਤੀ ਹੈ ਕਿ ਅਸੀਂ ਰਾਈਸ ਤੋਂ ਪਾਸੇ ਹੋ ਜਾਈਏ? ਮੈਂ ਕਹਿ ਰਿਹਾ ਤੁਹਾਨੂੰ, ਕਿਉਂਕਿ ਇਹੀ ਪੰਜਾਬ ਮਾਡਲ ਦੇ ਵਿੱਚ ਪਾਲਿਸੀ ਹੈ ਕਿਸਾਨੀ ਨੂੰ ਖੜਾ ਕਰਨ ਦੀ। ਔਰ ਇਹਦੇ ਵਿੱਚ ਕੋਈ ਕਿਸਾਨ ਵੀਰ ਮੇਰੇ ਨਾਲ ਬੈਠ ਜੇ ਤੇ ਮੈਂ ਉਹਦੇ ਨਾਲ ਬੈਠ ਕੇ ਕਹੂੰਗਾ ਵੀ ਜੇ ਉਹ ਬਿਹਤਰ ਕਰ ਸਕਦਾ ਮੈਂ ਉਹਦੇ ਮਗਰ ਤੁਰੂ। ਪਰ ਇਹ ਕਰਾਂਗੇ। ਮੈਂ ਅੱਗੇ ਤੁਹਾਨੂੰ ਕਹਿ ਰਿਹਾ, ਸੁਣ ਲਓ। Why any other crop was not incentivized? ਕਿ ਪੰਜਾਬ ਦੀ ਸਰਕਾਰ ਨੂੰ ਹੋਰ ਫਸਲ ਇਨਸੈਂਟਿਵ ਨਹੀਂ ਦੇਣ ਦੀ ਲੋੜ? ਅੱਗੀ ਡਾਈਵਰਸਿਫਿਕੇਸ਼ਨ। ਦੇਖੋ ਸਰ, ਦਾਲਾਂ ਹੋਣ, ਆਇਲ ਸੀਡਸ ਹੋਣ, ਅੱਜ ਦੀ ਗੱਲ ਨਹੀਂ ਕਰਦਾ ਮੈਂ, ਕਰੋੜਾਂ ਰੁਪਏ ਦੇ ਇੰਪੋਰਟ ਕਰਦੇ ਹੋ, ਕਰੋੜਾਂ ਦੇ। ਜੇ ਉਹ ਕਰੋੜ ਵੀ ਅੱਡ ਰੱਖ ਲਓ ਤਾਂ ਵੀ ਤੁਸੀਂ ਇੱਕ ਜ਼ੋਨ ਬਣਾ ਸਕਦੇ ਹੋ ਜਿੱਥੇ ਤੁਸੀਂ ਦਾਲਾਂ ਉਗਾ ਸਕਦੇ ਹੋ। ਉਹ ਸਾਡੇ ਅਧਿਕਾਰ ਖੋਹਦੇ ਆ, ਔਰ ਇਹ ਕੈਟੇਗੋਰੀਕਲ ਸਟੇਟਮੈਂਟ ਹੈ ਮੇਰੀ। ਉਹ ਸਾਡੇ ਅਧਿਕਾਰ ਖੋਹਦੇ ਆ, ਔਰ ਸਾਡੇ ਅਧਿਕਾਰ ਖੋਹ ਕੇ ਉਹ ਕਾਨੂੰਨ ਬਣਾਉਂਦੇ ਆ। ਉਹ ਸਾਡੇ ਅਧਿਕਾਰ ਨੇ, ਅਸੀਂ ਖੇਤੀ ਤੇ ਕਾਨੂੰਨ ਬਣਾਏ। ਦੱਸੋ ਕਿਹੜਾ ਕਾਨੂੰਨ ਬਣਾਇਆ ਪੰਜਾਬ ਨੇ ਅੱਜ ਤੱਕ? ਚਲੋ ਦੱਸੋ ਕਿ ਪੰਜਾਬ ਨੇ ਖੇਤੀ ਨੂੰ ਚੁੱਕਣ ਵਾਸਤੇ ਪਿਛਲੇ 25 ਸਾਲਾਂ 'ਚ ਕਿਹੜਾ ਕਾਨੂੰਨ ਬਣਾਇਆ? ਭਾਈ ਨੇਮ ਵਨ, ਨੇਮ ਵਨ। ਫਿਰ ਕਹਿੰਦੇ ਖੇਤੀ ਚੱਕ ਦਿਓ। 13,000 ਕਰੋੜ ਬਜਟ ਹੈ ਪੰਜਾਬ ਦਾ ਸਰ, 13,000 ਕਰੋੜ ਰੁਪਇਆ ਬਜਟ ਹੈ। ਬੜਾ ਵੱਡਾ ਲੱਗਦਾ ਹੈ, ਬੜਾ ਜ਼ਬਰਦਸਤ ਬਜਟ ਹੈ। 7,000 ਕਰੋੜ ਉਹਦੇ 'ਚ ਬਿਜਲੀ ਦੀ ਸਬਸਿਡੀ ਹੈ, 4-4,500 ਕਰੋੜ ਤਨਖਾਹਾਂ ਨੇ। ਕਿੰਨਾ ਹੋ ਗਿਆ? 11.5। ਤੇ ਬਾਕੀ ਉੱਕੇ ਪੁੱਕੇ ਆਫਿਸਾਂ ਦੇ ਖਰਚੇ ਪਾ ਕੇ ਬਚਦਾ ਕੀ ਹੈ? 1,500 ਕਰੋੜ। ਕੀ ਪੰਜਾਬ ਬਾਰਡਰ ਏਰੀਏ ਦੇ ਲਈ ਅੱਗੇ 10 ਪੈਸੇ ਪਾਉਂਦਾ ਹੁੰਦਾ ਸੀ? 90-10 ਸਕੀਮ ਸੀ ਗਵਰਨਮੈਂਟ ਆਫ ਇੰਡੀਆ ਦੀ, ਤੇ ਕਰਜ਼ੇ ਲੈ ਕੇ, ਕਰਜ਼ਾ ਸਰਕਾਰ ਚੱਲਦੀ ਹੈ, ਕਰਜ਼ਾ ਲਿਆ ਤੇ ਕਰਜ਼ੇ ਨਾਲ ਮੋੜਤਾ, ਫਿਰ ਕਰਜ਼ਾ ਲਿਆ, ਕਰਜ਼ੇ ਨਾਲ ਮੋੜਤਾ। ਕਰਜ਼ਾ ਲੈ ਕੇ ਟਿਊਬਵੈਲ ਲਾਇਆ, ਪਾਣੀ ਕੱਢਿਆ, ਕਰਜ਼ਾ ਚੜਾਇਆ, ਪਾਣੀ ਵੀ ਗਿਆ। 1 ਕਿਲੋ ਝੋਨਾ ਲਾਉਣ ਲਈ, ਔਰ ਅਸੀਂ ਪੀਡੀਐਸ ਲਈ ਦਿੰਦੇ ਆ, ਸਾਨੂੰ ਵਰਤਿਆ ਫਿਰ ਸਿੱਟਿਆ। 1 ਕਿਲੋ ਝੋਨਾ ਲਾਉਣ ਲਈ 5,000 ਲੀਟਰ ਪਾਣੀ ਚਾਹੀਦਾ। ਸੋਚ ਲਓ, ਜਦੋਂ ਝੋਨਾ ਲਾ ਕੇ ਬਾਹਰ ਭੇਜਦੇ ਹੋ ਕਿੰਨੀਆਂ SYLਾਂ ਬਾਹਰ ਐਕਸਪੋਰਟ ਕਰਤੀਆਂ। ਉਹ ਕਹਿੰਦੇ ਹੋ SYL 'ਚ ਪਾਣੀ ਨਹੀਂ ਜਾਣ ਦੇਣਾ। ਕਿੰਨੀਆਂ SYLਾਂ ਬਾਹਰ ਚਲੀਆਂ ਗਈਆਂ ਸਾਹਿਬ, ਤੁਸੀਂ ਸੋਚੋ। ਇਸ ਕਰਕੇ ਮੈਂ ਇਹ ਗੱਲਾਂ ਕਰ ਰਿਹਾ ਕਿ ਇਹ ਰੋਡ ਮੈਪ ਚਾਹੀਦਾ। APMC ਮੰਡੀ ਦੀ ਗੱਲ ਕਰਦੇ ਆ ਸਾਹਿਬ। APMC ਮੰਡੀ ਦੀ ਕਹਿੰਦੇ ਮੋਨੋਪੋਲੀ ਹੈ।
ਅਸੀਂ ਉੱਥੇ ਪ੍ਰਾਈਵੇਟ ਟ੍ਰੇਡਰ ਖੜਾ ਕਰਨਾ ਚਾਹੁੰਦੇ ਹਾਂ ਔਰ ਪ੍ਰਾਈਵੇਟ ਟ੍ਰੇਡਰ ਖੜਾ ਕਰਕੇ ਅਸੀਂ ਚਾਹੁੰਦੇ ਹਾਂ ਵੀ ਕਿਸਾਨ ਨੂੰ ਵਿਕਲਪ ਮਿਲੇ। ਮੈਂ ਪੁੱਛਣਾ ਇਹਨਾਂ ਨੂੰ ਔਰ ਮਤਲਬ ਛਾਤੀ ਠੋਕ ਕੇ ਪੁੱਛਦਾ ਕਿ ਭਾਈ ਜਦੋਂ ਆੜਤੀਆ APMC ਦੀ ਮੰਡੀ 'ਚ ਜਾਂਦਾ ਹੈ ਉਹ ਰਜਿਸਟਰਡ ਹੈ ਔਰ ਬੈਂਕ ਗਾਰੰਟੀ ਲੈ ਕੇ ਜਾਂਦਾ, ਬੈਂਕ ਗਾਰੰਟੀ। ਔਰ ਉਹ ਬੈਂਕ ਗਾਰੰਟੀ ਹੁੰਦੀ ਹੈ ਵੀ ਜੇ ਕੋਈ ਡਿਫਾਲਟ ਹੁੰਦਾ ਤੇ ਸਟੇਟ ਦੀ ਸਰਕਾਰ ਉਹਨੂੰ ਪੈਸੇ ਦੇਗੀ। ਤੇ ਜਦੋਂ ਕੋਈ ਪੈਨ ਕਾਰਡ ਲੈ ਕੇ ਜਾਂਦਾ ਇਹਨਾਂ ਦਾ ਬੰਦਾ, ਜਿਹਨੂੰ ਆਣ ਤਾਂ ਦਿੱਤਾ ਨਹੀਂ ਅਸੀਂ, ਪਰ ਜੇ ਜਾਂਦਾ ਤੇ ਉਹ ਕਿਹੜੀ ਬੈਂਕ ਗਾਰੰਟੀ ਹੈ ਉਹਦੇ ਕੋਲ? ਤੇ ਜੇ ਕਿਸਾਨ ਡਿਫਾਲਟ ਕਰਦਾ ਕਿੱਥੋਂ ਦਊ ਉਹ? ਐਂ ਲੁੱਟ ਚੱਲ ਰਹੀ ਹੈ। ਜਿੱਥੇ ਜਿੱਥੇ ਇਹਨਾਂ ਨੇ ਯੂਰਪ ਦਾ ਫੇਲਡ ਸਿਸਟਮ ਸਾਡੇ ਦੇਸ਼ 'ਚ ਥੋਪਿਆ, ਕਿਸਾਨ ਲੇਬਰਰ ਬਣ ਗਿਆ। ਲੇਬਰ ਕਰਦਾ ਕਿਸਾਨ ਉੱਥੇ। ਬਿਹਾਰਾਂ ਦੇਖ ਲਓ ਜਾ ਕੇ, ਬਿਹਾਰ ਦੇ ਹੋਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸਟੇਟਾਂ ਦੇ। ਦਿਸ ਇਜ਼ ਵਾਟ ਇਜ਼ ਹੈਪਨਿੰਗ ਸਰ। APMC ਦੀ ਮੰਡੀ ਮੋਨੋਪੋਲੀ ਨਹੀਂ ਹੈ, ਇਹ ਡੈਮੋਕ੍ਰੈਟਿਕ ਅਦਾਰਾ ਹੈ। ਕੋਈ ਇਲੈਕਸ਼ਨ ਹੋਇਆ? ਇਲੈਕਸ਼ਨ ਹੋਣਾ ਚਾਹੀਦਾ। ਮਾਰਕੀਟ ਕਮੇਟੀਆਂ 'ਚ ਕੋਈ ਇਲੈਕਸ਼ਨ ਹੋਇਆ? ਇਲੈਕਸ਼ਨ ਹੋਣਾ ਚਾਹੀਦਾ। ਇਹ ਡੈਮੋਕ੍ਰੈਟਿਕ ਅਦਾਰਾ ਹੈ। ਹੁਣ ਤੇ ਸਰਪੰਚ ਵੀ ਨੋਮੀਨੇਟ ਹੋਣ ਲੱਗੇ। ਇਹ ਮੰਡੀਆਂ ਸਾਨੂੰ 5-5 ਹਜ਼ਾਰ ਕਰੋੜ ਰੁਪਈਆ ਦਿੰਦੀਆਂ ਨੇ। ਕਦੋਂ ਹੋਈ ਹੈ ਇਲੈਕਸ਼ਨ? ਜਦੋਂ ਮੈਂ ਕੋਆਪਰੇਟਿਵ ਫਾਰਮਿੰਗ ਦੀ ਗੱਲ ਕਰਦਾ, ਮੈਂ ਕੋਆਪਰੇਟਿਵ ਫਾਰਮਿੰਗ ਜ਼ਮੀਨ ਦੀ ਕੋਆਪਰੇਟਿਵ ਨਹੀਂ ਗੱਲ ਕਰਦਾ। ਮੈਂ ਕੋਆਪਰੇਟਿਵ ਫਾਰਮਿੰਗ ਉਹ ਗੱਲ ਕਰਦਾ ਕਿ ਜਦੋਂ ਕਿਸਾਨ ਆਪਣੀ ਫਸਲ ਵੇਚਣ ਜਾਵੇ ਉਦੋਂ ਕੋਆਪਰੇਟਿਵ ਬਣਾਵੇ। ਤੇ ਜਦੋਂ ਉਦੋਂ ਕੋਆਪਰੇਟਿਵ ਬਣਾਵੇ, ਅਮੂਲ ਦੇਖੋ, ਅਮੂਲ ਦੇ ਨਾਲ ਤੁਸੀਂ ਅੱਜ ਵੇਰਕਾ ਦੇਖੋ, ਛੋਟਾ ਜਾਂ ਵੱਡਾ ਕੋਈ ਵੀ ਪ੍ਰੋਡਿਊਸਰ ਹੈ ਉਹਨੂੰ ਇੱਕ ਰੇਟ ਮਿਲਦਾ। ਸਾਰੇ ਕਿਸਾਨ ਇਕੱਠੇ ਹੋ ਕੇ ਅਗਰ ਉਹ ਕੋਆਪਰੇਟਿਵ ਦਾ ਅਦਾਰਾ ਬਣਾ ਲੈਣ ਤੇ ਉਹ ਆਪਣੇ ਰੇਟ ਆਪ ਫਿਕਸ ਕਰ ਸਕਦੇ ਆ ਸਾਹਿਬ। ਉਹ ਆਪਣੇ ਰੇਟ ਆਪ ਫਿਕਸ ਕਰ ਸਕਦੇ ਆ। ਇੰਪੋਰਟੈਂਟ ਗੱਲਾਂ ਕਰ ਰਹੇ ਆ। ਅੱਜ ਮਟਰ ਲੈ ਕੇ ਜਾਂਦਾ ਕਿਸਾਨ, ਉਹ 4 ਰੁਪਏ ਕਿਲੋ ਵਿਕਦਾ ਤੇ ਸ਼ਾਮ ਨੂੰ 25 ਰੁਪਏ ਪਰਚੂਨ ਦੀ ਦੁਕਾਨ ਤੇ ਵਿਕਦਾ। ਤੇ ਜੇ ਉਹਨੇ ਮਟਰ ਸਟੋਰੇਜ ਵਾਲਾ ਵਾਪਸ ਲੈਣਾ 4 ਮਹੀਨਿਆਂ ਨੂੰ, ਉਹਨੂੰ ਉਹੀ ਮਟਰ 50 ਰੁਪਏ ਦੇਣਗੇ। ਟਮਾਟਰ ਦੇਖ ਲਓ। ਦੁਨੀਆ ਦੇ ਵਿੱਚ ਕੋਈ ਐਸਾ ਅਦਾਰਾ ਜਿੱਥੇ ਬੰਦਾ ਆਪਣੀ ਜਿਹੜਾ ਚੀਜ਼ ਵੇਚ ਰਿਹਾ ਉਹਦੀ ਪ੍ਰਾਈਸ ਫਿਕਸ ਨਾ ਕਰੇ। ਤਾਂ ਮੈਂ ਕਹਿੰਦਾ ਕਿ ਭਾਈ ਕੋਆਪਰੇਟਿਵ ਬਣਾ ਦਿਓ। ਤਾਂ ਮੈਂ ਕਹਿੰਦਾ ਕੋਲਡ ਸਟੋਰੇਜ ਬਣਾ ਦਿਓ 5-5 ਪਿੰਡਾਂ ਦੇ। ਤਾਂ ਮੈਂ ਕਹਿੰਦਾ ਜੇ ਕਿਸਾਨੀ ਚੁੱਕਣੀ ਹੈ ਹੋਰ ਤਰੀਕਾ ਕੋਈ ਨਹੀਂ, ਜਾਂ ਮੈਨੂੰ ਸਮਝਾ ਦਿਓ ਵੀ ਇਦੋਂ ਬਿਹਤਰ ਕੋਈ ਤਰੀਕਾ ਹੈ। ਗਾਲਾਂ ਕੱਢ ਲੀਆਂ, ਉੱਚੀ ਬੋਲ ਲਿਆ, ਹੁੱਲੜ ਮਚਾ ਲਿਆ, ਕੋਈ ਸੋਲੂਸ਼ਨ ਦੱਸਦਾ ਹੈ? ਕੋਈ ਰੋਡ ਮੈਪ ਦਿੰਦਾ ਹੈ? ਕੋਈ ਇਹ ਕਹਿੰਦਾ ਵੀ ਇਦਾਂ ਕਿਸਾਨੀ ਠੀਕ ਆਉਂਦੀ ਹੈ? ਜਿਹੜਾ ਦਿੱਤਾ ਵੀ ਸੀ ਹੱਕ ਕਮੇਟੀ, ਉਦਾਂ ਦੀ ਉਦਾਂ ਧੂੜ ਪਈ ਹੈ। ਉਹ ਸੈਂਡ ਮਾਈਨਿੰਗ ਉਦਾਂ ਦੀ ਉਦਾਂ ਪਈ ਹੈ। ਕੇਬਲ ਦੇ ਉੱਤੇ ਕਾਨੂੰਨ ਉਦਾਂ ਦਾ ਉਦਾਂ ਪਿਆ, LR ਦੇ ਧੱਕੇ ਖਾਂਦਾ। ਸਾਰੇ ਨਿਕਲਣਗੇ। ਘੱਟ ਤੋਂ ਘੱਟ 20 ਤੋਂ 25 ਹਜ਼ਾਰ ਕਰੋੜ ਰੁਪਈਆ ਪੰਜਾਬ ਸਾਲ ਦਾ ਕਮਾਊ। ਲਿਖ ਲਓ, 10,000 ਕਰੋੜ ਤਾਂ L1 ਦੇ ਲਾਇਸੈਂਸਾਂ ਤੋਂ ਆਊ ਤੇ ਮਿਨੀਮਮ 10 ਤੁਸੀਂ ਵੈਟ ਲਾ ਕੇ ਜੇ ਸਰਕਾਰੀ ਡਿਸਟਿਲਰੀਆਂ ਕਰਤੀਆਂ ਤੇ ਉਹ 35 ਕਮਾਉਂਦੇ ਆ ਤਾਂ ਤੁਸੀਂ 10 ਤੇ ਕਮਾਓਗੇ, 15 ਤੇ ਕਮਾਓਗੇ। ਆਊ। ਇਹ ਠੇਕੇਦਾਰੀ ਨੇ ਮਾਰਿਆ ਪੰਜਾਬ। ਠੇਕੇਦਾਰੀ ਜਿੱਥੇ ਜਿੱਥੇ ਠੇਕੇਦਾਰੀ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਤੇਲੰਗਾਨਾ ਪਹਿਲੇ ਸਾਲ ਠੇਕੇਦਾਰੀ ਦੇ ਵਿੱਚ ਰੇਤਾ ਕਮਾਉਂਦਾ ਹੈ 10 ਕਰੋੜ ਰੁਪਈਆ। ਅਗਲੇ ਸਾਲ ਠੇਕੇਦਾਰੀ ਸਿਸਟਮ ਅਬੋਲਿਸ਼ ਕਰਦਾ ਹੈ 400 ਕਰੋੜ। ਉਦੋਂ ਅਗਲੇ 800 ਕਰੋੜ। ਉਦੋਂ ਅਗਲੇ ਸਾਲ 1200 ਕਰੋੜ। ਅੱਜ ਇੱਕ ਹਫ਼ਤੇ 'ਚ 50 ਕਰੋੜ। ਤੇ ਇਹੀ ਇੰਚਾਰਜ ਸੀ ਲੰਬੂ। ਇਹ ਅਕਾਲੀ ਦਲ ਵਾਲਿਆਂ ਨੇ 40 ਕਰੋੜ ਰੁਪਈਆ ਇੱਕ ਸਾਲ ਦਾ ਜਮ੍ਹਾਂ ਕਰਾਇਆ। 10 ਸਾਲ ਲਗਾਤਾਰ, 10 ਸਾਲ। ਉੱਥੇ ਇੱਕ ਦਰਿਆ 300 ਕਿਲੋਮੀਟਰ, ਉਹ ਕਮਾਉਂਦੇ ਆ 50 ਕਰੋੜ ਇੱਕ ਹਫ਼ਤੇ 'ਚ। ਇਹਨਾਂ ਨੇ ਜਮ੍ਹਾਂ ਕਰਾਇਆ 40 ਕਰੋੜ ਇੱਕ ਸਾਲ 'ਚ। ਤੇ ਸਾਡੇ ਕੋਲ 1300 ਕਿਲੋਮੀਟਰ ਦਰਿਆ, 170 ਸਾਲ। ਅੱਜ ਸਾਡੀ ਸਰਕਾਰ ਨੇ ਰੇਟ ਫਿਕਸ ਕੀਤੇ ਰੇਤੇ ਦੇ।
जे रेट फिक्स किए होंगे रेता 1200 ट्राली मिलता, 1200 रुपये, 1000 रुपये, 900 रुपये, गरीब घर बनाता, इकोनॉमी खड़ी होंगी। होर सुनो, जिन्ने सरकारी इदारे दियां सड़कां बनदियां, बिल्डिंगां बनदियां, उत्थे इंस्ट्रक्शन है भी तुसीं सरकारी खड्ड तो रेता लाओगे, कोई पर्ची नहीं अज तक। एक ट्रक इंपाउंड नहीं होया। 2015 ਦੇ ਵਿੱਚ ਇਹਨੇ ਨੋਟੀਫਿਕੇਸ਼ਨ ਕੀਤੀ ਵੀ ਜਿਸ ਟਰੱਕ ਦੇ ਵਿੱਚ ਰੇਤਾ ਗਲਤ ਫਿਰੇ ਉਹਨੂੰ ਇੰਪਾਊਂਡ ਕਰਾਓ। 25000 ਦੇ ਰੇਤੇ ਪਿੱਛੇ ਕੋਈ ਇੰਪਾਊਂਡ ਕਰਾਊ? ਇੱਕ ਟਰੱਕ ਇੰਪਾਊਂਡ ਨਹੀਂ ਹੋਇਆ। ਕੀ ਦਿਖਾਉਂਦਾ ਹੈ? ਮੈਂ ਅੱਗੇ ਚੱਲ ਰਿਹਾ ਸਰ। ਵਿਦਆਊਟ ਰਿਸੋਰਸਿਸ, ਚਾਹੇ ਉਹ ਕੈਪਟਨ ਸਾਹਿਬ ਦਾ ਘਰ ਘਰ ਰੋਜ਼ਗਾਰ ਸੀ, ਚਾਹੇ ਉਹ केजरीवाल साहब की 26 लाख नौकरी सी, नहीं होनी। मैं पूछदा, तुसीं 26 लाख की गल करदे हो, 1 लाख असामी पंजाब च खाली पई। चलो तुहानूं पता ना 1 लाख असामी पंजाब च खाली पई है साहब, क्यों नहीं भरी? फिर सब तो सौखा तरीका है इलैक्शन जितन का। एक बंदे नूं नौकरी मिलती है, 5 बंदे एक परिवार दे ने, अगे 50 नूं दसदे आ, क्यों नहीं भरती? 2000 करोड़ जे होवे, एक टीचर धरने धरना नहीं देगा। भाई तो पूछ लो तो कहना 1000 ही नहीं मुकता, एक सड़क तो नहीं आएगा। वी हैव नो सरप्लस फंड्स, यू आर हेडेड द रॉन्ग वे। ते मैं ते चन्नी बाई चाहे ईको सिस्टम की गल करो, चाहे होर गल करो, ये रोड मैप तैयार होएगा साहब। तुसी इंडस्ट्री की गल करते हो, तुसी ईको सिस्टम्स की गल करते हो, तुसी कहते हो इन्वेस्टर आवे, तुसी कहते हो इन्वेस्ट करे। और मैं कहना सवाल बदलो, ये सवाल बदल दो और कहो कि जेडे 50 बंदे पंजाब नूं छड्ड के बाहर इंडस्ट्रियां लाउंदे आ, भावां प्लैनिंग बोर्ड के चेयरमैन ही होण, बाहर इंडस्ट्रियां लाउंदे, उहनूं पुछो बाहर गया क्यों तू? यही पुछ लो, तुहानूं दसू भी क्यों गया मैं बाहर, तो हल निकलू। आ गया जी इन्वेस्टर करता, फलाना हो गई जी, ओए हो गया। डोके नहीं आते। देख लो उन्होंने इन्वेस्टमेंट, देख लो बादलों की, देख लो, किसी को विश्वास ही है नहीं। दसो ना मैनू, मैं जो कह रहा झूठ है? पुछो उस इंडस्ट्रीलिस्ट नूं जिहड़ा पंजाब छड्ड के चलिया गया, पुछो कि पंजाब इंडस्ट्री च नंबर 1 तो अज 26 नंबर, 18 नंबर 26 नंबर क्यों चला गया? तो हिमाचल वर्गे सूबे, हरियाणे वर्गे सूबे तां क्यों चढ़ गए 7 नंबर पर? ये मुद्दे ने साहब, मैन्युफैक्चरिंग सैक्टर दे, सर्विस सैक्टर दे, एडिशनल सोर्सिस ऑफ इनकम दे, इन्हां मुद्दों वाल कौन झाकदा है? बाहर जा रहे हैं नौजवान, अपॉर्चुनिटी है नहीं साहब। तो जो अपॉर्चुनिटी है नहीं तो की करूं कोई? तो मैनू दस दो यार, सरदार मनमोहन सिंह ने कितना खड़ा किया साडा स्टेट, इंडिया कितना खड़ा किया? जिथे जिथे जड़ी स्पैशलिटी सी, जिहदा बेस सी, उन्होंने खड़ा करता उन्हें। हरियाणे उत्थे लुधियाने हौजरी सी, उन्हें हौजरी खड़ी करती। निटिंग सी, उत्थे खड़े कर। अमृतसर लूम सी, लूम खड़े हो गए उत्थे ही उसे बेस नूं। जलंधर स्पोर्ट्स की इंडस्ट्री सी, वो चलती सी, थाड़ करती। तुसीं दसो कित्थे है, किहड़ी इंडस्ट्री? इन्वेस्टमेंट, कैपिटल इन्वेस्टमेंट फार्मर दे लई कित्थे है? यह मुद्दे ने साहब, यही है। हुण कॉस्ट है, कॉस्ट नूं किद्दां पूरा करोगे जब तक थोड़े को फंड नहीं? मैं कह देना जी मैं थोनू मतलब 1 रुपये दूं, 800 यूनिट सारे पंजाब फ्री कर दूं, गल्लां नाल होऊ, सोर्सेज नाल होऊ साहब। जे रिक्वायरमेंट देखिए ईटीटी टीचरां दी, डॉक्टरां दी, एनपीएस दी, 1 लाख जॉब दी,
ਇਹ 25000 ਕਰੋੜ ਤੋਂ ਉੱਤੇ ਬਣਾ 15000 ਕਰੋੜ ਮਿਨੀਮਮ ਹੈ ਕਿਤੇ 19000 ਆਉਂਦਾ ਕਿਤੇ 15000 ਪੈਨਸ਼ਨਰ ਨਾਲ ਡਾਕਟਰਾਂ ਦਾ ਪੇਇੰਗ ਅਲਾਉਂਸ ਤਾਂ ਹੀ ਤੇ ਹਾਏ ਹਾਏ ਹੁੰਦੀ ਫਿਰਦੀ ਹੈ ਇਹ ਕੈਸ਼ ਟ੍ਰੈਪ ਤੇ ਹੁਣ ਮੈਂ ਆਉਣਾ ਬਿਜਲੀ ਤੇ ਵਾਈਟ ਪੇਪਰ ਰਿਲੀਜ਼ ਨਹੀਂ ਹੋਇਆ ਹਾਂਜੀ ਨਹੀਂ ਹਾਂ ਚਲੋ ਫਿਰ ਮੈਂ ਇਹ ਜਿਹੜੀ ਬਿਜਲੀ ਵਾਲਾ ਮੁੱਦਾ ਹੈ ਇਹਨੂੰ हाँ बिल्कुल ले लेता हूँ सर बिल्कुल बिल्कुल ले लेता हूँ क्योंकि मेरा मेन मुद्दा यहाँ आने का एक्चुअली वाइट पेपर और बिजली भी साथ में था पर चलो वो देर नॉन देखिए साहब हम लोग डिबेट हो सकती है डिसेंट हो सकती है आप डिसएग्री कर सकते हैं लेकिन यार कितने पैसे खर्च हो रहे हैं लोगों की कितनी आस है अब तो तुमने मांगा भाई भगवंत ने कहा यहां आम आदमी पार्टी वालों ने कहा इन्होंने कहा कि सैशन बुलाओ हमने बुला लिया यार फिर अगर सैशन बुलाया है यार तुसी किसानी ते गल करो ना इन्हां गल्लां नाल किद्दां पंजाब दा मसला कोई हल हुंदा यार मतलब एक दूजे नाल तू मैं हाउस रोकता ओ यार लोग देख रहे हैं मैंने तो चंगा लगता है लोग देख रहे हैं मैं इसे करके कहना कि 4 दिन जदों पईयां ना ठोक के लोकां तो पंजाब दियां तो भी तुसीं करदे की हो पब्लिक मनी नूं वेस्ट किदां करदे हो ते आपे बंदे दे पुੱਤ बन जाणगे ਇਹ ਲਾਈਵ ਹੋਣਾ ਚਾਹੀਦਾ ਜੇ ਲੋਕ ਸਭਾ ਲਾਈਵ ਹੁੰਦੀ ਹੈ ਦੇਖੋ ਮੈਂ ਤੇ ਉਸ ਦਿਨ ਵੀ ਕਿਹਾ ਸੀ ਵੀ ਭਾਈ ਕੀ ਲੁਕੋ ਰਹੇ ਹਾਂ ਅਸੀਂ ਭਾਈ ਪੰਜਾਬ ਦੇ ਲੋਕਾਂ ਤੋਂ ਅਸੀਂ ਕੀ ਲੁਕੋ ਰਹੇ ਹਾਂ ਚੁਣੇ ਨੁਮਾਇੰਦੇ ਆ ਉੱਥੇ ਤੇ ਇੰਪੋਰਟੈਂਟ ਸਵਾਲ ਆ ਤਾਂ ਲੈ ਲਓ ਨਾ ਇੱਕ ਦੋ ਸਵਾਲ ਲੈ ਲਓ 2013 ਦਾ ਐਕਟਾਂ 'ਚ ਰੱਦ ਕਰਨ ਦੀ ਗੱਲ ਕੀਤੀ ਗਈ ਹੈ ਕਿ 2017 ਦਾ APMC ਐਕਟ ਜਿਸ ਕਾਂਗਰਸ ਨੇ ਸੋਧ ਕੀਤੀ ਹੈ ਉਸ ਨੂੰ ਰੱਦ ਕਰਨ ਦੇ ਲਈ ਕੀ ਕਾਰਵਾਈ ਕੀਤੀ ਜਾਏਗੀ ਸਾਹਿਬ ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਤੁਸੀਂ ਨੋਟੀਫਾਈ ਕੀਤਾ ਕਿ ਨਹੀਂ ਇਹਨਾਂ ਚੋਂ ਜਿਹੜੀ ਪ੍ਰਾਈਵੇਟ ਮੰਡੀ ਹੈ ਫਿਰ ਤੁਸੀਂ ਬਿੱਲ ਪਾੜਤੇ ਅੱਜ ਮੈਂ ਹਾਊਸ 'ਚ ਗਿਆ ਫਿਰ ਤੁਸੀਂ ਬਿੱਲ ਫਾੜਤੇ ਸਵਾਲ ਇੰਨਾ ਹੀ ਹੈ ਵੀ ਤੁਸੀਂ ਡੀ ਨੋਟੀਫਾਈ ਕੀਤਾ ਕਿ ਨਹੀਂ ਕੀਤਾ ਇਹ ਗੱਲ ਨੂੰ ਸਮਝ ਲਓ ਜਿਹੜਾ ਉਹ ਹੈਗਾ ਉਹਦੇ 'ਚ ਤੁਸੀਂ MSP ਦੀ ਗੱਲ ਕਿੱਥੇ ਦਿਖਾ ਦਿਓ ਮੈਨੂੰ ਉਹ ਸਬਜ਼ੀਆਂ ਵਾਸਤੇ ਹੈ ਤੇ ਦੂਸਰੀਆਂ ਉਹਨਾਂ ਵਾਸਤੇ ਦਿਖਾ ਦਿਓ ਮੈਨੂੰ ਵੀ ਉਹਦੇ 'ਚ ਕਣਕ ਤੇ ਝੋਨੇ ਦੀ ਕੋਈ ਉਹ ਹੋਵੇ ਮੈਂ ਕਹਿੰਦਾ ਬਿਲਕੁਲ ਦੇਖੋ ਤੁਸੀਂ ਅੱਜ ਸਾਰਾ ਕੁਝ ਚੱਕਤਾ ਮੈਂ ਉਸੇ ਦੀ ਉਹ ਗੱਲ ਕਰ ਰਿਹਾ ਮੈਂ ਛੋਟੇ ਭਾਈ ਉਸੇ ਦੀ ਉਹ ਗੱਲ ਕਰ ਰਿਹਾ ਤੁਸੀਂ ਉਹਨੂੰ ਧਿਆਨ ਨਾਲ ਪੜੋ ਤੁਹਾਨੂੰ ਪਤਾ ਲੱਗ ਜਾਊਗਾ ਉਹਦੇ 'ਚ ਕੋਈ MSP ਦੀ ਕੋਈ ਉਹ ਨਹੀਂ ਹੈ ਰੁਕਾਵਟ ਨਹੀਂ ਹੈ ਜਿਹੜੀ ਕਣਕ ਝੋਨੇ ਦੀ ਉਹਦੇ 'ਚ ਕੋਈ ਉਹ ਨਹੀਂ ਕਿਤੇ ਮੁੱਖ ਮੰਤਰੀ ਸਾਹਿਬ ਇਸ ਕਰਕੇ ਬੋਲੇ ਕਿ ਮੁੱਖ ਮੰਤਰੀ ਸਾਹਿਬ ਨੂੰ ਅੱਜ ਮੈਂ ਕਹਿ ਰਿਹਾ ਮੁੱਖ ਮੰਤਰੀ ਨੂੰ ਕਿਸਾਨਾਂ ਦਾ ਦਰਦ ਹੈ ਤੇ ਜੇ ਕਿਸਾਨਾਂ ਦਾ ਦਰਦ ਹੈ ਉਹ ਚਾਹੁੰਦਾ ਵੀ ਡਿਬੇਟ ਹੋਵੇ ਤੇ ਤੁਸੀਂ ਡਿਬੇਟ ਨੂੰ ਜਦੋਂ ਤੁਸੀਂ ਇਹੋ ਜਿਹੇ ਲੈਵਲ ਤੇ ਲੈ ਜਾਂਦੇ ਹੋ ਤੇ ਫਿਰ ਮੈਨੂੰ ਤੁਸੀਂ ਦੱਸੋ ਕਿ ਕੋਈ ਭਾਈ BSF ਤੇ ਮੈਂ ਯਾਰ ਉਸ ਦਿਨ 20 ਮਿੰਟ ਬੋਲਿਆ ਹੁਣ ਦੁਬਾਰਾ ਕਰਾਉਣਾ I have said what he is. I have said. No, I have told you. देखो मैं ਤੁਹਾਨੂੰ ਕੀ ਕਿਹਾ ਜਿੱਥੇ ਅੱਜ ਮੈਂ ਕਹਿਣਾ ਸੀ ਉੱਥੇ ਮੈਂ ਜੋ ਕੋਈ ਚੰਗਾ ਕਰਦਾ ਮੈਂ ਉਹਦੀ ਤਾਰੀਫ ਕਰਦਾ ਦੇ ਅੱਜ ਮੈਂ ਕਿਹਾ ਕਿ ਨਹੀਂ ਕਿਹਾ ਥੈਂਕ ਯੂ ਚਲੋ ਹੁਣ ਟਾਈਮ ਹੋ ਗਿਆ ਇਹ ਮੈਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਦੋਂ ਵਾਟਰ ਟਰਮੀਨੇਸ਼ਨ ਹੋਇਆ ਸੀ ਦੱਸੋ ਤੇ ਜਦੋਂ CAA ਆਇਆ CAA NRC ਜਿਹੜਾ ਸੀਗਾ ਜਦੋਂ ਉਹ ਆਇਆ ਤੇ ਅਸਾਮ ਖੜਾ ਹੋ ਗਿਆ ਦਿੱਲੀ ਖੜਾ ਸਾਰੇ ਖੜੇ ਹੋ ਗਏ ਕਿ ਨਹੀਂ ਕਰਨ ਦਿੰਦੇ ਅਸੀਂ ਉਹ ਜੁਰਿਸਡਿਕਸ਼ਨ 'ਚ ਸੀ ਸਵਾਲ ਜ਼ਰੂਰਤ ਦਾ ਹੈ ਸਵਾਲ ਮੋਟਿਵ ਦਾ ਹੈ ਸਵਾਲ ਇੰਟੈਂਟ ਦਾ ਹੈ ਚਲੋ ਸੈਸ਼ਨ 'ਚ ਉੱਠ ਕੇ ਆਏ